श्री हर कृष्ण त्याये, जिस डिठे सब दुख जाए। दुख पंजन तेरा नाम जी, दुख पंजन तेरा नाम। आठ पहर आराधिए, पूर्ण सतगुर ज्ञान। जित कट वसे पार ब्रह्म, सोई सुहावा थाम। गुरु प्यारे साध संगत जीओ, आप जी धन धन हो। गुरु चरणों ਨਾਲ ਸਾਂਝ ਪਾਈ ਹੈ। आओ मन बिरते ਨੂੰ ਇਕਾਗਰ ਕਰੀਏ। ਗੱਜ ਬੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਦਿਵਸ ਬੜਾ ਹੀ ਭਾਗਾਂ ਵਾਲਾ ਹੈ। ਵੈਸੇ ਵੀ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਸੰਸਾਰ 'ਚ ਮਹਾਂਮਾਰੀ ਚੱਲ ਰਹੀ ਹੈ, ਉਹ ਵੀ ਇਸੇ ਹੀ ਤਰ੍ਹਾਂ ਬਾਲਾ ਪ੍ਰੀਤਮ ਦੇ ਸਮੇਂ ਵੀ ਪੂਰੇ ਪੰਜਾਬ, ਦਿੱਲੀ ਇਲਾਕਿਆਂ ਦੇ ਵਿੱਚ ਮਹਾਂਮਾਰੀ ਫੈਲੀ ਹੋਈ ਸੀਗੀ। ਪੁਰਾਤਨ ਗ੍ਰੰਥਾਂ ਦੇ ਮੁਤਾਬਕ, ਵਾਲਮੀਕੀ ਜੈਸੇ ਵਿਦਵਾਨਾਂ ਦੇ ਮੁਤਾਬਕ, ਅਗਰ ਕਿਸੇ ਨੂੰ ਜ਼ਿੰਮੇਦਾਰੀ ਦੇਣੀ ਹੈ, ਉਹ ਘੱਟ ਤੋਂ ਘੱਟ 35 ਸਾਲ ਤੋਂ ਉੱਪਰ। ਪਰ ਗੁਰਮਤਿ ਵਿੱਚ ਜੋਤ ਉਹੀ ਹੈ, ਸਰੀਰ ਨਹੀਂ ਚੱਲਦੇ, ਜੋਤ ਤਾਂ ਉਹੀ ਅੱਗੇ ਚੱਲਦੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਕਿ ਸਤਿਗੁਰੂ ਗੁਰੂ ਨਾਨਕ ਉਹਦੇ ਗੁਰਦੇਵ ਪਿਤਾ ਔਰ ਘਰ ਦੇ ਛੋਟੇ ਭਰਾਤਾ ਜੀ ਨੇ, ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤ ਦਾ ਪ੍ਰਕਾਸ਼ ਇਹਨਾਂ ਵਿੱਚ ਹੋਇਆ, ਤਾਂ ਇਹਨਾਂ ਦੀ ਸੁਰਤ ਗਿਆਨ ਜਿਹੜੀ ਸੀਗੀ, 81 ਸਾਲ ਤੋਂ ਮੈਂ ਬਜ਼ੁਰਗ, ਵੱਡੇ ਤੋਂ ਵੱਧ ਸਿਆਣੀ ਯੋਗ ਸੀਗੀ। ਅਕਾਲ ਦੀ ਜੋਤ ਉਹਦੇ ਅੰਦਰ ਆ ਗਈ, ਆਪ ਅਕਾਲ ਰੂਪ ਹੋ ਗਏ ਸੀਗੇ। ਇਤਨੇ ਫਿਰ ਇਹਨਾਂ 'ਚ ਸਮਰੱਥਾ ਸ਼ਕਤੀਆਂ ਸੀਗੀਆਂ। ਪਹਿਲਾਂ ਤਾਂ ਬਾਬਾ ਰਾਮ ਰਾਏ ਦੇ ਵਿੱਚ ਵੀ ਉਹਨਾਂ ਦੇ ਪਿਤਾ ਹਰਿਰਾਏ ਸਾਹਿਬ ਨੇ ਵੀ ਜੋਤ ਪਾਈ ਸੀਗੀ, ਸ਼ਕਤੀਆਂ ਪਾਈਆਂ ਸੀ, ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਸੀਗੀ। ਪਰ ਜਦੋਂ ਕਿ ਉਹਨਾਂ ਨੇ ਔਰੰਗੇ ਦੇ ਜਪ ਕੋਲ ਜਾ ਕੇ ਕਈ ਕੌਤਕ ਕੀਤੇ ਨੇ, ਪਰ ਇੱਕ ਗੱਲੋਂ ਸਾਰੇ ਕੌਤਕ ਤਾਂ ਚਲੋ ਜੋ ਵੀ ਸੀਗੇ, ਪਰ ਇੱਕ ਕੌਤਕ ਜਿਹੜਾ ਉਹਨਾਂ ਨੇ ਗੁਰੂ ਬਾਣੀ ਦੇ ਨਾਲ ਨਿਰਾਦਰੀ ਕੀਤੀ ਸੀਗੀ, ਤੇ ਇਸ ਤਰ੍ਹਾਂ ਉਹਦੇ ਫਿਰ ਪਿਤਾ ਜੀ ਨੇ ਇਹਨਾਂ ਨੂੰ ਖਾਰਜ ਕਰਤਾ ਸੀਗਾ। ਔਰ ਤਾਂ ਹੀ ਫਿਰ ਛੋਟੇ ਭਰਾਤਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ੀ ਸੀਗੀ। ਤੇ ਦਾਸ ਵਿਚਾਰ ਆਪ ਦੇ ਨਾਲ ਸਾਂਝ ਕਰੇਗਾ ਕਿ ਮਹਾਰਾਜ ਜੀ ਜਿਤਨੀਆਂ ਸ਼ਕਤੀਆਂ ਸੀਗੀਆਂ, ਸਮਰੱਥਾ ਸੀਗੀਆਂ, ਜਦੋਂ ਕਿ ਆਪ ਪੰਜੋਖੜੇ ਵਿਖੇ ਵੀ ਆਏ ਹੈਗੇ ਹੋ, ਛੱਜੂ ਚੀਵਰ ਦੇ ਕੋਲੋਂ ਵੀ ਆਪ ਜੀ ਨੇ ਗੀਤਾ ਦੇ ਅਰਥ ਕਰਵਾਏ ਨੇ। ਜਦੋਂ ਕਿ ਉਹਦੇ ਸਿਰ 'ਤੇ ਇੱਕ ਲੱਕੜੀ ਰੱਖੀ ਹੈ, ਛੜੀ ਰੱਖੀ, ਆਪਣੀ ਬਖਸ਼ਿਸ਼ ਭਰੀ ਛੜੀ। ਕਈ ਵਾਰੀ ਅਰਦਾਸ ਵੀ ਆਪਣੇ ਜੀਵਨ 'ਚ ਹੀ ਅਰਦਾਸ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਰਦਾ ਹੈ ਕਿ ਮਹਾਰਾਜ ਜੀ ਆਪ ਜੀ ਦੀ ਰਹਿਮਤ ਭਰੀ ਛੜੀ ਦਾਸਾਂ ਦੇ ਸਿਰ 'ਤੇ ਵੀ ਰੱਖੋ, ਸਾਨੂੰ ਸੋਝੀ ਬਖਸ਼ੋ, ਮਤ ਬਖਸ਼ੋ। ਜਿਹੜੇ ਸੰਸਾਰਿਕ ਪਦਾਰਥਾਂ ਦਾ ਮੋਹ ਹੈ, ਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸਾਡੇ ਅੰਦਰ ਜਿਹੜਾ ਹਵਾ ਚੱਲਦਾ ਪਿਆ ਹੈਗਾ, ਇਸ ਤੋਂ ਮੁਕਤ ਕਰੋ। ਤੇ ਇਸੇ ਤਰ੍ਹਾਂ ਲਾਲ ਚੰਦ ਜਿਹੜਾ ਹੰਕਾਰੀ ਪੰਡਤ ਸੀਗਾ, ਔਰ ਉਹ ਵੀ ਜਦੋਂ ਕਿ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸੰਪਰਕ 'ਚ ਆਇਆ, ਉਹ ਵੀ ਢਹਿ ਪਿਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਦਾਸ ਕੋ ਤੇ ਸੰਖੇਪ 'ਚ ਕਰ ਰਿਹਾ, ਹੋਰ ਵੀ ਮੇਰੇ ਪਿੱਛੋਂ ਬੁਲਾਰੇ ਬੈਠੇ ਨੇ, ਤਾਂ ਕਿਉਂਕਿ ਪ੍ਰਕਾਸ਼ ਦਿਹਾੜੇ ਨੂੰ ਤਾਂ ਫਿਰ ਕਈ ਬੁਲਾਰੇ ਆਏ ਹੁੰਦੇ, ਹਰ ਇੱਕ ਚਾਹੁੰਦਾ ਕਿ ਮੇਰੀ ਵੀ ਹਾਜ਼ਰੀ ਲੱਗ ਜਾਵੇ। ਤੇ ਇਸੇ ਹੀ ਤਰ੍ਹਾਂ ਜਦੋਂ ਕਿ ਬਾਲਾ ਪ੍ਰੀਤਮ ਜੀ ਆਪ 6-7 ਸਾਲ ਦੀ ਉਮਰ ਦੇ ਹੈਗੇ ਹੋ, ਔਰ ਇੱਧਰੋਂ ਦਿੱਲੀ ਵਿਖੇ ਆਪ ਜੀ ਨੂੰ ਜਿਹੜਾ ਭਰੋਸੇਦਾਰ ਵਜ਼ੀਰ ਸੀਗਾ ਰਾਜਾ ਜੈ ਸਿੰਘ, ਉਹਨੇ ਵੀ ਗੁਰੂ ਸਾਹਿਬ ਨੂੰ ਚਿੱਠੀਆਂ ਪੱਤਰ ਪਾਏ, ਬੇਨਤੀਆਂ, ਨਿਮੰਤਰਣ ਕੀਤੇ ਕਿ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਇੱਥੇ ਵੀ ਦਿੱਲੀ ਦੀ ਧਰਤੀ ਨੂੰ ਭਾਗ ਲਗਾਓ। ਸਾਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਤੇ ਜਦੋਂ ਕਿ ਬਾਲਾ ਪ੍ਰੀਤਮ ਜੀ ਦਿੱਲੀ ਵਿਖੇ ਆਪ ਆਏ ਹੈਗੇ ਹੋ, ਮਹਾਂਮਾਰੀ ਫੈਲੀ ਹੋਈ ਹੈ, ਪਰ ਰਾਜਾ ਜੈ ਸਿੰਘ ਦੀ ਘਰ ਵਾਲੇ ਨੂੰ ਜਰਾ ਥੋੜਾ ਜਿਹਾ ਹੰਕਾਰ ਆ ਗਿਆ, ਸ਼ੰਕਾ ਆ ਗਿਆ ਕਿ ਛੋਟਾ ਜਿਹਾ ਬਾਲਕ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪਣੇ ਆਪ ਨੂੰ ਗੁਰੂ ਕਹਾਉਂਦਾ, ਕਿ ਇਹ 'ਚ ਕੋਈ ਸ਼ਕਤੀ ਵੀ ਹੈ।
ਸ਼ਰਧਾ ਵੀ ਅੰਦਰ ਦੋਨੋਂ ਪਤੀ ਪਤਨੀ ਦੇ ਅੰਦਰ ਹੈ, ਭਾਵਨਾ ਵੀ ਹੈ, ਪ੍ਰੇਮ ਵੀ ਹੈ। ਪਰ ਸਾਡੇ ਜੈਸੇ ਜਗਵਿਆਸੂਆਂ ਦੇ ਮਨ 'ਚ ਹਮੇਸ਼ਾ ਇੱਕ ਬੜੀ ਭੈੜੀ ਗੱਲ ਰਹਿੰਦੀ ਹੈ ਕਿ ਗੁਰੂ ਨੂੰ ਮੰਨਦੇ ਹੋਇਆ ਵੀ ਅਸੀਂ ਗੁਰੂ ਦੇ ਨਹੀਂ ਮੰਨਦੇ। ਅਸੀਂ ਜ਼ਰੂਰ ਇਹ ਕਹਿੰਦੇ ਗੁਰੂ ਹੈਗਾ, ਪਰ ਗੁਰੂ ਦਾ ਉਪਦੇਸ਼ ਨੂੰ ਅਸੀਂ ਨਹੀਂ ਮੰਨਦੇ ਹੈਗੇ। ਤਾਂ ਉਹਨੇ ਵੀ ਕੀ ਕੀਤਾ, ਰਾਣੀ ਨੂੰ ਬਿਠਾਤਾ ਕਿ ਰਾਣੀਆਂ ਵਾਲੇ ਕੱਪੜੇ ਪਾ ਕੇ ਪਲੰਗ ਤੇ ਬਿਠਾਤਾ। ਰਾਣੀ ਜਿਹੜੀ ਸੀਗੀ ਆਪ ਗੋਲਿਆਂ 'ਚ ਬੈਠ ਗਈ। ਤਾਂ ਜਦੋਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਦਿੱਲੀ ਵਿਖੇ ਗਏ ਨੇ, ਤਾਂ ਉਦੋਂ ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਔਰ ਜਿਹੜੀ ਅਸਲੀ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ ਸੀ, ਉਹਦੀ ਗੋਦੀ 'ਚ ਬੈਠ ਕੇ ਜੇ ਕਹਿੰਦੇ ਇਹ ਮੇਰੀ ਮਾਂ ਦੀ ਗੋਦੀ ਹੈਗੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੋਨੋਂ ਪਤੀ ਪਤਨੀ ਬੜੇ ਹੈਰਾਨ, ਬੜੇ ਰੋਏ, ਬਹੁਤ ਰੋਏ, ਬੜੇ ਬੈਰਾਗ ਛਾਏ ਕਿ ਅਸੀਂ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਕਿਉਂ ਇਮਤਿਹਾਨ ਪਾਇਆ। ਪਿਆਰੀ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਾਂਗਾ, ਕਦੇ ਵੀ ਜੀਵਨ ਦੇ ਉੱਤੇ ਕਦੇ ਗੁਰੂ ਨਾਨਕ ਦੀ ਜੋਤ 'ਤੇ ਸ਼ੱਕ ਨਾ ਕਰਨਾ। ਜਿਸ ਤਰ੍ਹਾਂ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਜਾਂ ਹੋਰ ਵੀ ਜਿਹੜੇ ਮਹਾਂਪੁਰਖ ਹੁੰਦੇ ਨੇ, ਕਦੇ ਵੀ ਸੰਤਾਂ ਮਹਾਂਪੁਰਖਾਂ ਤਾਂ ਜਾਂ ਜਿਹੜਾ ਕਿ ਗੁਰੂਆਂ ਦੇ ਜਿਹੜੇ ਦਾਸਾਂ ਦੇ ਦਾਸ ਵੀ ਜਿਹੜੇ ਹੈਗੇ ਨੇ, ਸੰਤਾਂ ਦੇ ਦਾਸ ਵੀ ਦਾਸ ਜਿਹੜੇ ਹੈਗੇ ਨੇ, ਉਹਦੇ ਉੱਤੇ ਵੀ ਸਾਨੂੰ ਜੀਵਨ 'ਚ ਸ਼ੱਕ ਨਹੀਂ ਕਰਨਾ ਚਾਹੀਦਾ। ਤੇ ਇਸੇ ਹੀ ਤਰ੍ਹਾਂ ਦੋਨੋਂ ਪਤੀ ਪਤਨੀ ਨੇ ਰੋ ਰੋ ਕੇ ਗੁਰੂ ਸਾਹਿਬ ਦੇ ਚਰਨਾਂ ਧੋਤਾ ਕਿ ਅਸੀਂ ਇਹ ਕੀ ਕੀਤਾ ਹੈਗਾ। ਫਿਰ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ ਆਸ਼ੀਰਵਾਦਾਂ ਲੈ ਕੇ ਆਪਣੇ ਘਰ ਪੁੱਤਰ ਦੀ ਦਾਤ ਵੀ ਮੰਗੀ ਹੈਗੀ ਹੈ। ਔਰ ਜਿਸ ਜਗ੍ਹਾ ਨੂੰ ਅੱਜ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਹੈਗੇ ਆ, ਇਹ ਉਹੀ ਸਥਾਨ ਹੈ ਕਿ ਜਿੱਥੇ ਰਾਜਾ ਜੈ ਸਿੰਘ ਦਾ ਆਪਣਾ ਬੰਗਲਾ ਸੀਗਾ। ਔਰ ਉਹਨਾਂ ਨੇ ਆਪਣੀ ਜਿਹੜੀ ਸੰਪਤੀ ਸੀਗੀ ਫਿਰ ਗੁਰੂ ਘਰ ਦੇ ਵਿੱਚ ਦੇ ਦਿੱਤੀ। ਇਸ ਗੱਲੋਂ ਜਰਾ ਕਿ ਸਿੱਖਿਆ ਲੈਣਾ ਪਿਆਰਿਓ, ਜਿਨ੍ਹਾਂ ਦੇ ਕੋਲ 4 ਦਮੜੇ ਹੈਗੇ ਨੇ, ਜਾਇਦਾਦਾਂ ਵਗੈਰਾ ਹੈਗੀਆਂ ਨੇ, ਗੁਰੂ ਘਰ ਦੀ ਸੇਵਾ ਵਿੱਚ ਲਗਾਓ। ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਮਹਾਂਮਾਰੀ ਦੇ ਵਿੱਚ ਲੰਗਰਾਂ ਦੀ ਸੇਵਾਵਾਂ ਚੱਲਦੀਆਂ ਪਈਆਂ ਨੇ, ਵੱਧ ਤੋਂ ਵੱਧ ਆਪਣਾ ਮਾਇਕ ਦਸਵੰਤ ਹੈ ਜਾਂ ਜੋ ਤੁਹਾਡੀ ਸਮਰੱਥਾ ਹੈ, ਪਦਾਰਥ ਦੇਣ ਦੀ ਹੈ, ਦਵਾਈਆਂ ਦੇਣ ਦੀ ਹੈ। ਇਸੇ ਤਰ੍ਹਾਂ ਸਾਡੇ ਗੁਰਮੁਖ ਪਿਆਰੇ ਪਟਿਆਲਾ ਵਿਖੇ ਜਿਹੜੇ ਕਿ ਦੁਬਈ 'ਚ ਬੜੇ ਕੱਛਾ ਮਸ਼ਹੂਰ ਹੈਗੇ ਨੇ, SP ਸਿੰਘ ਉਬਰਾਏ, ਕਈ ਕਰੋੜਾਂ ਦਾ ਖਰਚਾ ਕਰ ਕਰਕੇ ਇਹ ਮਹਾਂਮਾਰੀ 'ਚ ਉਹਨਾਂ ਨੇ 20 ਕਰੋੜ ਦਾ ਬਜਟ ਆਲਰੇਡੀ ਖਰਚਾ ਕਰ ਚੁੱਕੇ। 20 ਕਰੋੜ ਰੁਪਇਆ ਆਲਰੇਡੀ ਉਹ ਮਤਲਬ ਪੰਜਾਬ ਦੇ ਲਈ ਉਹਨਾਂ ਨੇ ਕਾਫੀ ਸੇਵਾਵਾਂ ਕੀਤੀਆਂ। ਤੇ ਇਸੇ ਤਰ੍ਹਾਂ ਭਾਈ ਇਹੋ ਜਿਹੀ ਸੇਵਾਵਾਂ ਕਰੀਏ ਜਿਹਦੇ ਨਾਲ ਕਿ ਸਾਡੀ ਦਰਗਾਹ ਦੇ ਹਾਜ਼ਰੀ ਲੱਗੇ। ਤੇ ਇਸੇ ਹੀ ਤਰ੍ਹਾਂ ਫਿਰ ਜਦੋਂ ਕਿ ਰਾਮ ਰਾਏ ਵੀ ਸੀਗਾ, ਉਹਨੇ ਵੀ ਬੜਾ ਸ਼ੋਰ ਪਾਇਆ। ਔਰੰਗਜ਼ੇਬ ਦੇ ਕੋਲ ਵੀ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਗੱਦੀ ਦਾ ਵਾਰਿਸ ਤਾਂ ਮੈਂ ਸੀਗਾ, ਵੱਡਾ ਭਰਾ ਮੈਂ ਹੈਗਾ ਆ। ਪਰ ਉਹ ਵੀ ਸਮਝ ਗਏ ਸੀਗੇ ਇਹ ਗੁਰੂ ਨਾਨਕ ਦੇ ਘਰ ਜਿਹੜੀ ਗੱਦੀ ਹੈਗੀ ਹੈ ਜੱਦੀ ਨਹੀਂ ਜਾਂਦੀ ਹੈਗੀ, ਇਹ ਬਖਸ਼ਿਸ਼ਾਂ ਦੇ ਨਾਲ ਮਿਲਦੀ ਹੈਗੀ ਹੈ। ਤਾਂ ਉਹਨੇ ਵੀ ਰਾਮਰਾ ਨੂੰ ਕਹਿਤਾ ਕਿ ਤੈਨੂੰ ਮੈਂ ਪਹਿਲਾਂ ਹੀ ਬਥੇਰੀਆਂ ਜਗੀਰਾਂ ਦੇ ਚੁੱਕਾ ਹਾਂ, ਤੈਨੂੰ ਹੋਰ ਵੀ ਜਗੀਰਾਂ ਚਾਹੀਦੀਆਂ, ਮਾਇਆ ਚਾਹੀਦੀ, ਪਦਾਰਥ ਚਾਹੀਦੇ, ਤੂੰ ਲੈ ਸਕਦਾ ਹੈਗਾ ਆ। ਪਰ ਅਸੀਂ ਇਸ ਦੇ ਵਿੱਚ ਗੱਦੀ ਦੇ ਵਿੱਚ ਗੁਰਗੱਦੀ ਦੇ ਮਾਮਲੇ 'ਚ ਕੋਈ ਦਖਲ ਨਹੀਂ ਕਰਾਂਗੇ। ਔਰ ਜਦੋਂ ਕਿ ਦਿੱਲੀ 'ਚ ਇਤਨੀ ਵੱਡੀ ਮਹਾਂਮਾਰੀ ਪਈ ਹੈਗੀ ਹੈ ਔਰ ਲੋਕਾਂ ਨੇ ਆ ਕੇ ਫਰਿਆਦ ਕੀਤੀ, ਔਰ ਖਾਸ ਕਰਕੇ ਉਹਨਾਂ ਦਿਨਾਂ ਵਿੱਚ ਉਸ ਇਲਾਕੇ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀਗਾ ਤੇ ਮੁਸਲਮਾਨਾਂ ਦੀ ਆਬਾਦੀ ਸੀਗੀ। ਉਹਨਾਂ ਨੇ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਆਪ ਕਿਰਪਾ ਕਰੋ, ਇੱਥੇ ਬੜੀ ਵੱਡੀ ਮਹਾਂਮਾਰੀ ਫੈਲੀ ਹੋਈ ਹੈ, ਆਪ ਕਿਰਪਾ ਕਰਕੇ ਰੋਗੀਆਂ ਨੂੰ ਅਰੋਗ ਕਰੋ, ਨਿਰੋਗ ਕਰੋ, ਕਿਰਪਾ ਕਰੋ। ਤਾਂ ਗੁਰੂ ਸਾਹਿਬ ਰਹਿਮਤ ਦੇ ਮਿਹਰ ਦੇ ਘਰ ਦੇ ਵਿੱਚ ਆਏ ਨੇ ਔਰ ਆ ਕੇ ਫਿਰ ਆਪ ਜੀ ਨੇ ਉੱਥੇ ਚਰਨਾਮ੍ਰਿਤ ਪਿਲਾਇਆ, ਜਿੱਥੇ ਕਿ ਅਸੀਂ ਅੱਜ ਵੀ ਜਾ ਕੇ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਦੇ ਬਾਅਦ ਬਾਹਰ ਨਿਕਲਦੇ ਹੈਗੇ ਆ। ਉਹ ਜਿਹੜਾ ਬਾਹਰ ਅੰਮ੍ਰਿਤ ਦਾ ਬਾਟਾ ਵਰਤਿਆ ਜਾਂਦਾ ਹੈਗਾ ਆ, ਤੇ ਲਿਖਿਆ ਕਿ ਰੋਗੀ ਕਾ ਪ੍ਰਭ ਖੰਡ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, नेथावे को तुम तान बिठाओ, दास अपने को भगति लाओ। उस स्थान ते महाराज जी ने जल दे विच अपने चरनामृत पा के और जितने भी आए गए मरीज हैगे ने उन्होंने सारिਆਂ ਨੂੰ चरनामृत पिलाया। उसका फलस्वरूप ये होया कि जिन्हों ने भी वो चरनामृत उस वेले पीता और उसके बाद अज तक समय तक जड़ा अमृत उत्थे वरत रहा हैगा आ,
ਉਸ ਅੰਮ੍ਰਿਤ ਦੇ ਨਾਲ ਸਾਰੇ ਅਰੋਗੀ ਹੋਏ ਨੇ, ਨਿਰੋਗੀ ਹੋ ਗਏ ਨੇ। ਦੁਖੀ ਕਾ ਮਿਟਾਵੋ ਪ੍ਰਭ ਸੋਗ, ਜਿਹੜੇ ਸਾਡੇ ਸੋਗ ਸੀਗੇ ਉਦੋਂ ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀਆਂ ਗਈਆਂ ਹੈਗੀਆਂ ਤਾਂ ਰੋਗ ਨੂੰ ਠੱਲ ਆਇਆ। ਤੇ ਦਾਸ ਵੀ ਆਪ ਦੇ ਚਰਨਾਂ 'ਚ ਪਿਆਰੀ ਸੰਗਤ ਜੀ ਇਹੀ ਬੇਨਤੀ ਕਰੇਗਾ ਕਿ ਜਿਤਨਾ ਵੱਧ ਤੋਂ ਵੱਧ ਸਿਮਰਨ ਪਾਠ ਪੂਜਾ ਕੀਤਾ ਜਾਂਦਾ ਹੈਗਾ ਆ, ਵੱਧ ਤੋਂ ਵੱਧ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣ, ਸਹਿਜ ਪਾਠ ਕੀਤੇ ਜਾਣ। ਦੇਖੋ ਭਾਈ ਜਿਹੜੀ ਬਿਮਾਰੀ ਹੈਗੀ ਆ, ਮਹਾਮਾਰੀ ਬਿਮਾਰੀ ਸਮੇਂ ਨਾਲ ਚੱਲਦੀ ਪਈ ਹੈਗੀ ਹੈ, ਇਸ ਨੂੰ ਵੀ ਠੱਲ ਆ ਜਾਵੇਗੀ। ਔਰ ਜਿਸ ਤਰੀਕੇ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਚਰਨਾਮ੍ਰਿਤ ਪਿਲਾਇਆ ਹੈ, ਇਹ ਚਰਨਾਮ੍ਰਿਤ ਅੱਜ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵਿਖੇ ਜਾ ਕੇ ਜਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਅੰਮ੍ਰਿਤ ਛਕੀਏ। ਔਰ ਇਸ ਦੇ ਨਾਲ ਸਾਡੇ ਅੰਦਰੋਂ ਵੀ ਜਿਹੜੀਆਂ ਬਿਮਾਰੀਆਂ ਆਉਣਗੀਆਂ ਜਾਂ ਸੰਸਾਰ ਜਿਹੜੀ ਪੀੜਾ ਹੈਗੀ ਆ, ਇਸ ਗੱਲ ਤੋਂ ਭਗਤ ਸਾਡੇ ਸਿੱਖਿਆ ਹੀ ਲੈਣੀ ਹੈ ਕਿ ਰਾਮ ਜਪੋ ਜੀ ਐਸੇ ਐਸੇ ਤੁਰਹੁ ਪ੍ਰਹਲਾਦ ਜਪਿਓ ਹਰ ਜੈਸੇ। ਕਿਸੇ ਬਾਲਕ ਨੂੰ ਨਹੀਂ ਦੇਖਣਾ ਹੈਗਾ। ਜਿਸ ਤਰ੍ਹਾਂ ਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਕਿ ਛੋਟੀ ਅਵਸਥਾ ਦੇ ਵਿੱਚ ਸੀਗੇ, ਹਾਲੇ ਛੋਟੀ ਉਮਰ ਦੇ ਸੀਗੇ, ਤੇ ਗੁਰੂ ਨਾਨਕ ਸਾਹਿਬ ਦੇ ਕੋਲ ਗਏ ਤਾਂ ਮਹਾਰਾਜ ਜੀ ਇਤਨੇ ਪ੍ਰਭਾਵਿਤ ਹੋ ਗਏ। ਕਹਿੰਦੇ ਬਾਲਿਆ ਤੇਰੀ ਉਮਰ ਤਾਂ ਬਾਲਿਆ ਵਾਲੇ, ਪਰ ਤੇਰੀ ਸੁਰਤ ਬੜੀ ਉੱਚੀ ਹੈਗੀ, ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ, ਸਿਆਣੀਆਂ ਵਾਲੀ ਗੱਲਾਂ ਕਰਦਾ ਹੈ। ਇਸ ਕਰਕੇ ਅਸੀਂ ਹਰ ਇੱਕ ਦੇ ਵਿੱਚ ਸਤਿਕਾਰ ਕਰੀਏ, ਤਾਂ ਜਿਸ ਤਰ੍ਹਾਂ ਕਿ ਦਾਸ ਦੇ ਵਿਚਾਰ ਕੇ ਸ਼੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਕਰਨੋਂ ਨਿਧਿਆਵੇ ਤਾਏ। ਸਮੇਂ ਨਾ ਲਵਾਂ, ਇਤਨੇ ਬਚਨ ਕਹਿੰਦਾ ਰਖਮਤ ਦਾ ਜਾਚਕ ਹੈ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਭਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੇਸੁਮਾਰ ਅਥਾ ਅਗਨਤ ਅਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸੋ ਗੱਜ ਬੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।